ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਕਿਸਾਨ ਲੀਡਰਾਂ ਦੇ ਵੱਲੋਂ ਨਵੀਆਂ ਰਣਨੀਤੀਆਂ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ। ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਵਿੱਚ ਮਾਲਵੇ ਦੀ ਧਰਤੀ ਦੇ ਉੱਪਰ ਜਗਰਾਉਂ ਦੇ ਵਿੱਚ ਪਹਿਲੀ ਮਹਾ ਪੰਚਾਇਤ ਹੋਈ। ਹੁਣ ਦੁਆਬੇ ਦੇ ਵਿੱਚ ਵੀ ਮਹਾ ਪੰਚਾਇਤ ਕਰਵਾਉਣ ਦੀ ਮੰਗ ਉੱਠੀ ਹੈ। ਕਿਸਾਨ ਆਗੂ ਕੁਝ ਸਾਡੇ ਨਾਲ ਮੌਜੂਦ ਨੇ। ਮੁਕੇਸ਼ ਜੀ ਸਾਡੇ ਨਾਲ ਨੇ, ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਨੇ। ਬਾਈ ਜੀ, ਕਿਉਂ ਲੱਗਾ ਕਿ ਦੁਆਬੇ ਦੇ ਵਿੱਚ ਵੀ ਮਹਾ ਪੰਚਾਇਤ ਹੋਣੀ ਚਾਹੀਦੀ ਹੈ? देखो ਅੱਜ ਵੈਸੇ ਤਾਂ ਸਾਰਾ ਦੇਸ਼ ਜਾਗਰੂਕ ਆ, ਪਰ ਕਿਤੇ 26 ਜਿਹੜੀ ਜਨਵਰੀ 'ਚ ਥੋੜਾ ਜਿਹਾ ਲੋਕਾਂ 'ਚ ਕਿਤੇ ਨਾ ਕਿਤੇ ਮਹਿਸੂਸੀ ਆਈ ਸੀ। ਉਹਦੇ ਲਈ ਸੰਯੁਕਤ ਮੋਰਚੇ ਨੇ ਕੁਝ ਜਗ੍ਹਾ ਤੇ ਮਹਾ ਪੰਚਾਇਤਾਂ ਸ਼ੁਰੂ ਕੀਤੀਆਂ, ਜਿਹੜੀ ਇੱਕ ਪੰਜਾਬ ਦੇ ਵਿੱਚ ਵੀ ਜਗਰਾਵਾਂ ਦੇ ਵਿੱਚ ਹੋ ਕੇ ਹੱਡੀ ਆ। ਮੈਂ ਸੰਯੁਕਤ ਮੋਰਚੇ ਦਾ ਮੈਂਬਰ ਹੋਣ ਕਰਕੇ ਤਾਂ ਉਦੋਂ ਦੇ ਪਹਿਲੇ ਦਿਨ ਤੋਂ ਹੁਣ ਆਪਣੇ ਘਰ ਆਇਆ ਸੀਗਾ। ਉਹਦੇ ਵਿੱਚ ਮੇਰੇ ਆ ਜਿੱਦਾਂ ਸਾਡੇ NRI ਵੀ ਦਿਤਾਰ ਸਿੰਘ ਜੀ ਆਏ ਆ, ਸਾਡਾ ਬੁਲਾਰਾ ਆ ਗੁਰਪ੍ਰੀਤ ਸਿੰਘ ਅਟਵਾਲ ਜੀ ਆ, ਸਾਡੇ ਆਈਸਪੋਰਟ ਤੋਂ ਸਰਪੰਚ ਸਾਹਿਬ ਖੜੇ ਆ। ਇਹਨਾਂ ਸਾਰਿਆਂ ਨੇ ਮੰਗ ਰੱਖੀ ਆ ਵੀ ਆਪਣੇ ਦੁਆਬੇ ਦੇ ਵਿੱਚ ਵੀ ਅੰਦੋਲਨਾਂ ਦੇ ਵਿੱਚ ਪਹਿਲਾਂ ਜੋ ਸਾਡਾ ਇਤਿਹਾਸ ਹੈ, ਦੁਆਬੇ ਦੀ ਜਿਹੜੀ ਸ਼ਮੂਲੀਅਤ ਥੋੜੀ ਘੱਟ ਹੁੰਦੀ ਸੀ। ਵੀ ਸਾਡਾ ਦੁਆਬਾ ਚਾਹੇ ਉਹ ਫਾਈਨੈਂਸ਼ੀਅਲੀ NRI ਵੀਰ ਆ, ਚਾਹੇ ਸਾਡੇ ਨੌਜਵਾਨ ਵੀਰ ਆ, ਪਹਿਲੀ ਵਾਰੀ ਬਹੁਤ ਵੱਡੇ ਪੱਧਰ ਤੇ ਤੁਰਿਆ ਆ। ਤੇ ਇਹਨਾਂ ਦੀ ਡਿਮਾਂਡ ਆ ਵੀ ਆਪਾਂ ਆਪਣੇ ਇਲਾਕੇ ਦੇ ਵਿੱਚ ਵੀ, ਆਪਣੇ ਦੁਆਬੇ ਦੇ ਵਿੱਚ ਵੀ ਇੱਕ ਮਹਾ ਪੰਚਾਇਤ ਕਰਾਈਏ। ਮੈਂ ਫਿਰ ਉਹੀ ਇਹਨਾਂ ਦੀ ਬੇਨਤੀ ਜਿਹੜੀ ਆ ਸਮਝਦੇ ਹੋਏ ਮੈਂ ਕਿਹਾ ਵੀ ਇਹੋ ਹੀ ਬੇਨਤੀ ਮੈਂ ਉੱਥੇ 32 ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਰੱਖੂੰਗਾ। ਤਾਂ ਜੋ ਸੰਯੁਕਤ ਮੋਰਚਾ ਫੈਸਲਾ ਜਾਂ ਡੇਟ ਦਊਗਾ ਉਹਨਾਂ ਨੂੰ ਰੱਖੂੰਗਾ ਵੀ ਸਾਡੇ ਇਲਾਕੇ ਦੀ ਬਹੁਤ ਵੱਡੀ ਡਿਮਾਂਡ ਆ। ਤੇ ਤੁਸੀਂ ਇਹ ਦੇਖਿਆ ਹੋਣਾ ਜਗਰਾਵਾਂ ਦੇ ਵਿੱਚ ਸਾਡੇ ਸੀਨੀਅਰ ਜਿਹੜੇ ਆਗੂ ਸੀ, ਉਹ ਵੀ ਉਹਨਾਂ ਨੂੰ ਵੀ ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ, ਉਹਨੇ ਵੀ ਇਹ ਬਿਆਨ ਦਿੱਤਾ ਵੀ ਜੇ ਇਲਾਕੇ ਦੀ ਡਿਮਾਂਡ ਆਊਗੀ ਤਾਂ ਅਸੀਂ ਉਹਦੇ ਤੇ ਵਿਚਾਰ ਜ਼ਰੂਰ ਕਰਾਂਗੇ ਤੇ ਕਰਾਂਗੇ। ਤਾਂ ਹੁਣ ਇਹ ਸਾਰੀ ਇਲਾਕੇ ਦੀ ਡਿਮਾਂਡ ਬਹੁਤ ਵੱਡੇ ਪੱਧਰ ਤੇ ਸਾਡੇ ਜਥੇਬੰਦੀ ਵੱਲੋਂ ਆ। ਤਾਂ ਅਸੀਂ ਦੁਆਬੇ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਇਹ ਮੀਟਿੰਗ ਦੇ ਵਿੱਚ ਉੱਥੇ ਵਿਚਾਰ ਕਰਾਂਗੇ। ਤਾਂ ਛੇਤੀ ਮੈਨੂੰ ਆਸ ਆ ਵੀ ਉਹ ਗੱਲ ਮੰਨ ਕੇ ਤਾਂ ਇੱਥੇ ਡੇਟ ਜਿਹੜੀ ਆ ਜਾਂ ਜਗ੍ਹਾ ਆ ਉਹ ਸਾਰੀਆਂ ਅਸੀਂ ਦੁਆਬੇ ਦੀਆਂ ਜਥੇਬੰਦੀਆਂ ਬਹਿ ਕੇ ਉੱਥੇ ਗੱਲਬਾਤ ਕਰਕੇ ਇੱਥੋਂ ਹੀ ਅਨਾਉਂਸ ਕਰਾਂਗੇ ਜੀ। ਅੱਛਾ, ਜਗਰਾਵਾਂ ਦੀ ਮਹਾ ਪੰਚਾਇਤ ਦੇ ਵਿੱਚ ਮੈਂ ਵੀ ਉੱਥੇ ਪਹੁੰਚਿਆ ਸੀਗਾ। ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ ਸੀਗੀ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਮਹਾ ਪੰਚਾਇਤਾਂ ਕਰਵਾਓਗੇ, ਪਰ ਉਹ ਕਹਿੰਦੇ ਨੇ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਜਾਗਰੂਕ ਹੈਗੇ ਨੇ, ਹੁਣ ਇੱਥੇ ਲੋੜ ਨਹੀਂ ਹੈਗੀ, ਦੇਸ਼ ਦੇ ਬਾਕੀ ਕੋਨਿਆਂ ਦੇ ਵਿੱਚ ਜਾਵਾਂਗੇ। ਤੁਹਾਨੂੰ ਲੱਗਦਾ ਕਿ ਇਹਦੀ ਪਰਮਿਸ਼ਨ ਮਿਲੇਗੀ ਫਿਰ? ਹੁਣ ਦੇਖੋ, ਜਿੱਥੇ ਆਪਾਂ ਇਹਦਾ ਇੱਕ ਪਹਿਲੂ ਦੇਖੀਏ, ਸਾਡੇ ਕੁਛ ਆਗੂਆਂ ਨੇ ਇਹ ਗੱਲ ਕਹੀ, ਪਰ ਕੁਛ ਆਗੂਆਂ ਨੇ ਇਹ ਵੀ ਕਹੀ ਵੀ ਜੇ ਪੰਜਾਬ ਦੇ ਵਿੱਚ ਹੋਰ ਵੀ ਡਿਮਾਂਡ ਆਊਗੀ ਤਾਂ ਅਸੀਂ ਉਹਨੂੰ ਵੀ ਧਿਆਨ 'ਚ ਰੱਖਾਂਗੇ। ਤਾਂ ਦੁਆਬੇ ਦੇ ਵਿੱਚ ਸਾਡੀ ਕੋਈ ਮਹਾ ਪੰਚਾਇਤ ਏਡੇ ਵੱਡੇ ਪੱਧਰ ਤੇ ਪਹਿਲਾਂ ਨਹੀਂ ਹੋਈ। ਤਾਂ ਅਸੀਂ ਆਪਣੇ ਇਲਾਕੇ ਵੱਲੋਂ, ਦੁਆਬੇ ਵੱਲੋਂ ਸਾਰੇ ਮੇਰੇ ਜਿਹੜੇ 7-8 ਜਥੇਬੰਦੀਆਂ ਹਮਖਿਆਲੀ ਦੁਆਬੇ ਦੀਆਂ ਹੈ, ਉਹਨਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਸਾਨੂੰ ਜਿਹੜੀ ਆ ਮਹਾ ਪੰਚਾਇਤ ਦਿੱਤੀ ਜਾਵੇ। ਅੱਛਾ, ਬਾਕੀ ਵੀ ਪ੍ਰੋਗਰਾਮ ਉਲੀਕੇ ਗਏ ਨੇ। 18 ਤਰੀਕ ਨੂੰ ਰੇਲਾਂ ਰੋਕਣ ਦਾ ਵੀ ਪ੍ਰੋਗਰਾਮ ਉਲੀਕ ਦਿੱਤਾ ਗਿਆ ਜਥੇਬੰਦੀਆਂ ਦੇ ਵੱਲੋਂ। ਅੱਗੇ ਸਰਕਾਰ ਦੇ ਨਾਲ ਮੀਟਿੰਗ ਦਾ ਕੀ ਜਿਹੜਾ ਸਟੈਪ ਨਜ਼ਰ ਆ ਰਿਹਾ ਤੁਹਾਨੂੰ? ਦੇਖੋ, ਤੁਸੀਂ ਸਾਡੀਆਂ ਦਿੱਲੀ ਦੇ ਵਿੱਚ ਰੋਜ਼ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਸੁਣਦੇ ਆ। ਅਸੀਂ ਤਾਂ ਇੱਕ ਦਿਨ ਤੋਂ ਵੀ ਟੇਬਲ ਟਾਕ ਤੋਂ ਭੱਜਣ ਦੀ ਗੱਲ ਨਹੀਂ ਕੀਤੀ। ਅੱਜ ਵੀ ਜੇ ਸਾਨੂੰ ਸਰਕਾਰ ਮੈਸੇਜ ਲੈਟਰ ਜਿੱਦਾਂ ਅੱਗੇ ਸਾਨੂੰ 32 ਆਗੂਆਂ ਨੂੰ ਮੋਬਾਈਲਾਂ ਤੇ ਭੇਜਦੀ ਆ, ਜੇ ਕੱਲ੍ਹ ਦੀ ਵੀ ਚਿੱਠੀ ਆਉਂਦੀ ਆ, ਏਜੰਡਾ ਲੱਗ ਕੇ ਆਉਂਦਾ ਆ ਵੀ ਅਸੀਂ ਬਿੱਲ ਰੱਦ ਕਰਾਉਣ ਲਈ ਆ ਕੇ ਤੁਸੀਂ ਬੈਠੋ, ਤਾਂ ਅਸੀਂ ਜਾਣ ਨੂੰ ਤਿਆਰ ਆ। ਅਸੀਂ ਕਿਸਾਨ ਕਦੀ ਵੀ, ਇਹ ਤਾਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ। 206 ਫਾਰਮਰ ਅੱਜ ਤੱਕ ਸਾਡੇ ਉੱਤੇ ਸ਼ਹੀਦ ਹੋ ਗਏ ਆ। ਤਾਂ ਇਦਾਂ ਦਾ ਮੌਸਮ ਆ, ਇਦਾਂ ਦੀਆਂ ਕਠਿਨਾਈਆਂ ਚੱਲ ਰਹੇ ਆ ਵੀ ਸਰਕਾਰ ਨੂੰ ਚਾਹੀਦਾ ਵੀ ਛੇਤੀ ਤਰੀਕ ਦੇ ਕੇ ਸੱਦ ਕੇ ਇਹ ਜ਼ਿੰਮੇਵਾਰੀ ਉਹਦੀ ਬਣਦੀ ਆ ਤੇ ਇਹਨੂੰ ਮਸਲੇ ਨੂੰ ਹੱਲ ਕੀਤਾ ਜਾਵੇ, ਬਿੱਲ ਜਿਹੜੇ ਆ ਰੱਦ ਕੀਤੇ ਜਾਣ। ਅੱਛਾ, ਤੁਸੀਂ ਵੀ ਕਈ ਮੀਟਿੰਗਾਂ ਦੇ ਵਿੱਚ ਜਾ ਕੇ ਆਏ ਹੋ, ਪਰ ਅੱਜ ਫਿਰ ਕੇਂਦਰ ਦੇ ਮੰਤਰੀ ਜਿਹੜੇ ਕਹਿ ਰਹੇ ਨੇ, ਕਹਿੰਦੇ ਨੇ ਕਿ 11 ਮੀਟਿੰਗਾਂ ਹੋ ਗਈਆਂ ਨੇ, ਪਰ ਕਿਸਾਨ ਆਗੂ ਇੱਕੋ ਗੱਲ ਤੇ ਅੜੇ ਹੋਏ ਨੇ ਕਿ ਕਾਨੂੰਨ ਰੱਦ ਕਰ ਦਿਓ। ਕਹਿੰਦੇ ਕਾਨੂੰਨਾਂ ਦੇ ਉੱਪਰ ਚਰਚਾ ਨਹੀਂ ਕਰਦੇ। ਦੇਖੋ, ਜਿਹੜੇ ਪ੍ਰਧਾਨ ਮੰਤਰੀ ਜੀ ਆ ਜਾਂ ਸਾਡੇ ਖੇਤੀਬਾੜੀ ਮੰਤਰੀ ਆ, ਸੰਸਦ ਦੇ ਵਿੱਚ ਕਹਿੰਦੇ ਸੀ ਜਿਹੜੇ ਤਿੰਨੋਂ ਬਿੱਲ ਆ ਬਹੁਤ ਵਧੀਆ, ਪ੍ਰਧਾਨ ਮੰਤਰੀ ਜੀ ਨੇ ਮਨ ਕੀ ਬਾਤ 'ਚ ਕਿਹਾ ਤਿੰਨੋਂ ਬਿੱਲ ਕਿਸਾਨੋਂ ਕੇ ਹਿੱਤੋਂ ਕੇ लिए ਆ। ਅੱਜ ਅਸੀਂ ਚਰਚਾ ਕੀਤੀ ਤਾਂ ਉਹ ਸੋਧਾਂ ਤੇ ਆ ਗਏ, ਅਸੀਂ ਉਹਨਾਂ ਨੂੰ ਗਲਤੀਆਂ ਕੱਢ ਕੇ ਮੂਹਰੇ ਰੱਖ ਦਿੱਤੀਆਂ। ਠੀਕ ਹੈ, ਜਿਹੜੀ ਚੀਜ਼ ਦਾ ਪਹਿਲਾਂ ਹੀ ਰੌਲਾ ਪਾ ਜਾਏ ਉਹ ਬਿੱਲ ਜਿਹੜਾ ਆ ਉਹ ਕਹਿੰਦੇ ਵੀ ਚਲੋ ਹੋਰ ਵੀ ਦੱਸੋ। ਅੱਜ ਕਹਿਣ ਦੇ ਗਲਤੀਆਂ ਜਿਹੜੀਆਂ ਸੀ ਉਹ ਵੀ ਕਰਨ ਨੂੰ ਤਿਆਰ ਆ। ਇੱਕ ਗੱਲ ਤੇ ਤਾਂ ਸਰਕਾਰ ਝੂਠੀ ਪੈ ਗਈ, ਮੰਨ ਗਈ ਵੀ ਬਿੱਲ ਗਲਤ ਬਣੇ ਆ। ਉਹ ਤਾਂ ਇੱਕ ਆਪਣਾ ਜਿੱਦਾਂ ਅੜੀਅਲ ਸੁਭਾਅ, ਜਿੱਦਾਂ ਪੰਜਾਬੀ ਦੀ ਕਹਾਵਤ ਆ ਵੀ ਰੱਸੀ ਜਲ ਗਈ ਬਲ ਰਹਿ ਗਿਆ, ਉਹ ਬਾਲਿਆ। ਪਰ ਜੋ ਦੇਸ਼ ਸਾਰਾ ਇਕੱਠਾ ਹੋ ਗਿਆ, ਉਹਨੂੰ ਦੇਸ਼ ਦੇ ਹਿੱਤਾਂ ਨੂੰ ਦੇਖਦੇ ਹੋਏ ਇਹਨੂੰ ਬਿੱਲ ਜਿਹੜੇ ਆ ਛੇਤੀ ਰੱਦ ਕਰ ਦੇਣੇ ਚਾਹੀਦੇ ਆ, ਜਾਂ ਲੋਕੀ ਆਪਣੇ ਘਰਾਂ ਨੂੰ ਜਾ ਸਕਣ। ਉੱਥੇ ਸੜਕਾਂ ਤੇ ਅਸੀਂ ਆਪਣੇ ਬਜ਼ੁਰਗ, ਆਪਣੀਆਂ ਮਾਵਾਂ, ਆਪਣੇ ਬੱਚੇ ਲੈ ਕੇ ਬੈਠੇ ਆ, ਕੋਈ ਸੌਖਾ ਨਹੀਂ ਗਾ। ਬਿਲਕੁਲ, ਲਗਾਤਾਰ ਜਿਹੜੇ ਸੰਘੂ ਮੋਰਚੇ ਤੇ ਪਹੁੰਚ ਰਹੇ ਨੇ। ਅਟਵਾਲ ਜੀ, ਕੀ ਲੱਗਦਾ ਹੈ ਮਹਾ ਪੰਚਾਇਤਾਂ ਦਾ ਅਸਰ ਕੀ ਹੋਵੇਗਾ ਪੰਜਾਬ 'ਚ? ਮਹਾ ਪੰਚਾਇਤਾਂ ਦਾ ਅਸਰ ਦੇਖੋ ਪੰਜਾਬ ਦੇ ਵਿੱਚ ਨਹੀਂ, ਪੂਰੇ ਦੇਸ਼ 'ਚ ਹੋ ਰਿਹਾ ਆ। ਬਹੁਤ ਹੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਕਿਸਾਨ, ਸਾਡਾ ਮਜ਼ਦੂਰ, ਦੁਕਾਨਦਾਰ, ਸ਼ਹਿਰੀ ਵਰਗ ਆ, ਉੱਥੇ ਪਹੁੰਚ ਰਿਹਾ ਆ। ਤੇ ਮਹਾ ਪੰਚਾਇਤਾਂ ਦੇ ਕਰਨ ਨਾਲ ਜਿਹੜੀ ਸ਼ਮੂਲੀਅਤ ਹੈ ਹੋਰ ਵੱਡੇ ਪੱਧਰ ਤੇ ਉੱਥੇ ਹੋਊਗੀ। ਮਹਾ ਪੰਚਾਇਤ ਕਰਨ ਦਾ ਮੇਨ ਮਕਸਦ ਇਹ ਆ ਕਿ ਜਿਹੜਾ ਦੁਆਬਾ ਆ, ਆਪਾਂ ਨਾ ਦੁਆਬੇ 'ਚ ਇੱਕ ਵਾਰੀ ਆਪਾਂ ਦੱਸਣਾ ਚਾਹੁੰਦੇ ਆ ਸਾਰੇ ਦੁਨੀਆ ਨੂੰ ਕਿ ਕਹਿੰਦੇ ਵੀ ਦੁਆਬਾ ਬਾਹਰ ਚਲ ਗਿਆ, ਇਹ ਜੀ ਉੱਥੇ ਕਿਸਾਨੀ ਸੰਘਰਸ਼ ਜਾਂ ਕੋਈ ਸੰਘਰਸ਼ ਨਹੀਂ ਪਹੁੰਚਦੇ। ਪਰ ਅਸੀਂ ਦੱਸਣਾ ਚਾਹੁੰਦੇ ਆ
ਕਿ ਦੁਆਬਾ ਜਿਹੜਾ ਆ ਇਸ ਵਾਰੀ ਸਭ ਤੋਂ ਮੋਹਰੇ ਆ, ਤਾਂ ਅਸੀਂ ਬਹੁਤ ਵੱਡੇ ਪੱਧਰ ਤੇ ਇੱਥੇ ਮਹਾਂ ਪੰਚਾਇਤ ਕਰਾਂਗੇ। ਜਗਰਾਵਾਂ ਦੀ ਮਹਾਂ ਪੰਚਾਇਤ ਹੋਈ ਆ, ਪਰ ਉਹ ਤੋਂ ਵੀ ਵੱਡੇ ਪੱਧਰ ਤੇ ਹੀ ਕਰਾਂਗੇ ਜੀ। ਨੌਜਵਾਨ ਵੀ ਵੱਡੀ ਗਿਣਤੀ 'ਚ ਸ਼ਾਮਲ ਹੋ ਰਹੇ ਨੇ, ਪਰ ਸੋਸ਼ਲ ਮੀਡੀਆ ਤੇ ਦੋ ਤਰ੍ਹਾਂ ਦੀਆਂ ਰਾਵਾਂ ਹੁਣ ਹੋ ਗਈਆਂ ਨੇ। 26 ਜਨਵਰੀ ਤੋਂ ਬਾਅਦ ਗ੍ਰਿਫਤਾਰੀਆਂ ਹੋ ਰਹੀਆਂ ਨੇ। ਦੀਪ ਸਿੱਧੂ ਗ੍ਰਿਫਤਾਰ ਹੋ ਚੁੱਕਾ, ਕਹਿੰਦੇ ਲੱਖਾ ਸਿਧਾਣਾ ਦੀ ਵੀ ਜਿਹੜੀ ਆ ਪੁਲਿਸ ਦੇ ਵੱਲੋਂ ਪੈਰਵਾਈ ਜਿਹੜੀ ਕੀਤੀ ਜਾ ਰਹੀ ਹੈ। ਦੋ ਤਰ੍ਹਾਂ ਦੀਆਂ ਰਾਇਆਂ ਹੋ ਗਈਆਂ। ਜਥੇਬੰਦੀਆਂ ਕਹਿ ਰਹੇ ਨੇ ਕਿ ਇਹ ਪੁਲਿਸ ਪ੍ਰਸ਼ਾਸਨ ਦਾ ਕੰਮ ਆ, ਉਹ ਦੇਖੇ, ਪਰ ਲੋਕ ਕਹਿ ਰਹੇ ਨੇ ਕਿ ਸੰਘਰਸ਼ ਦੇ ਵਿੱਚ ਹੋਏ ਨੇ, ਜਿੱਥੇ ਬਾਕੀ ਨੌਜਵਾਨਾਂ ਨੂੰ ਛਡਾਉਣ ਦੀ ਗੱਲ ਹੋ ਰਹੀ ਹੈ, ਉਹਨਾਂ ਦੀ ਵੀ ਹੋਣੀ ਚਾਹੀਦੀ ਹੈ। ਤੁਹਾਡਾ ਨਜ਼ਰੀਆ ਕੀ ਹੈ? ਸਾਡਾ ਨਜ਼ਰੀਆ ਇਹ ਆ ਕਿ ਜੇਕਰ ਜਿੱਦਾਂ ਹੁਣ ਜਥੇਬੰਦੀਆਂ ਵੀ ਆਪਣੇ ਥਾਂ ਸੱਚੀਆਂ ਨੇ, ਉਹ ਵੀ ਆਪਣੇ ਥਾਂ ਸੱਚੇ ਨੇ। ਜਿਹੜਾ ਜਥੇਬੰਦੀਆਂ ਨੇ ਪ੍ਰੋਗਰਾਮ ਉਲੀਕਿਆ ਸੀ, ਜੇ ਤਾਂ ਉਹ ਰਸਤੇ ਤੇ ਦੀਪ ਸਿੱਧੂ ਹੁਣੀ ਜਾਂਦੇ ਤੇ ਉਹਨਾਂ ਦੇ ਨਾਲ ਕੋਈ ਵੀ ਉੱਥੇ ਅਣਹੋਈ ਘਟਨਾ ਹੋ ਜਾਂਦੀ, ਫਿਰ ਜਥੇਬੰਦੀਆਂ ਜਿਹੜੀਆਂ ਸੀ ਉਹ ਜ਼ਿੰਮੇਵਾਰ ਬਣਦੀਆਂ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਉੱਥੋਂ ਛਡਾਇਆ ਜਾਵੇ, ਕੁਛ ਕੀਤਾ ਜਾਵੇ। ਪਰ ਫਿਰ ਵੀ ਮੈਂ ਬੇਨਤੀ ਕਰਦਾ ਜਥੇਬੰਦੀਆਂ ਨੂੰ ਕਿ ਚਲੋ ਉਹ ਵੀ ਕਿਸਾਨੀ ਤੌਰ ਤੇ ਗਏ ਸੀ, ਕਿਸਾਨਾਂ ਦੇ ਸੰਘਰਸ਼ 'ਤੇ ਗਏ ਸੀ, ਤੁਸੀਂ ਪੂਰਨ ਜ਼ੋਰ ਲਾਓ ਕਿ ਜਿੰਨੇ ਕਿਸਾਨ ਨੇ ਉੱਥੇ ਜੇਲ੍ਹ ਦੇ ਵਿੱਚ ਨੇ, ਚਾਹੇ ਉਹਦੇ ਵਿੱਚ ਲੱਖਾ ਸਿਧਾਣਾ ਆ ਜਾਂ ਨਹੀਂ ਹਾਲੇ ਉਹਦੀ ਅਰੈਸਟ ਪਈ, ਚਾਹੇ ਦੀਪ ਸਿੱਧੂ ਆ, ਸਾਰਿਆਂ ਨੂੰ ਪੰਜਾਬ ਲੈ ਕੇ ਆਓ। ਜਿਹੜਾ ਪੰਜਾਬੀ ਸੀਗਾ ਕਿਸਾਨੀ ਸੰਘਰਸ਼ 'ਤੇ ਗਿਆ ਸੀ, ਚਲੋ ਜੇ ਕਿਸੇ ਦਾ ਕੋਈ ਮਤਭੇਦ ਹੋਊਗਾ ਉਹਨੂੰ ਮਤਭੇਦ ਨੂੰ ਬਾਹਰ ਰੱਖਦੇ ਹੋਏ ਸਾਨੂੰ ਇਸ ਸਮੇਂ ਇੱਕ ਨਿੱਜੀ ਰਾਏ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿੱਤ ਦੇ ਵਿੱਚ ਸੋਚਣਾ ਚਾਹੀਦਾ। ਤੇ ਜੋ ਕਿਸਾਨੀ ਲਈ ਗਿਆ ਸੀ, ਉਹ ਚਾਹੇ ਕੋਈ ਛੋਟਾ ਹੋਵੇ ਚਾਹੇ ਕੋਈ ਵੱਡਾ ਹੋਵੇ, ਉਹਨਾਂ ਨੂੰ ਵਾਪਸ ਜ਼ਰੂਰ ਬਣਾਉਣਾ ਚਾਹੀਦਾ, ਉਹਨਾਂ ਦੀ ਰਿਹਾਈ ਦੀ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ। ਅੱਛਾ, ਜਦੋਂ ਮਹਾਂ ਪੰਚਾਇਤ ਜਗਰਾਉਂ ਦੇ ਵਿੱਚ ਹੋਈ ਤਾਂ ਸਖਤੀ ਬੜੀ ਪੁਲਿਸ ਦੀ ਦੇਖਣ ਨੂੰ ਮਿਲੀ। ਕਹਿੰਦੇ ਰਾਜੇਵਾਲ ਉਹਨਾਂ ਨੂੰ ਧਮਕੀ ਵੀ ਮਿਲੀ, ਉਸ ਨੂੰ ਲੈ ਕੇ ਵੀ ਪੁਲਿਸ ਨੇ ਸਖਤੀ ਕੀਤੀ। ਇੰਟਰਨੈਟ ਸੇਵਾਵਾਂ ਦੇ ਵਿੱਚ ਵੀ ਕਾਫੀ ਦਿੱਕਤ ਆਈ। ਜੇਕਰ ਹੋਰ ਮਹਾਂ ਪੰਚਾਇਤ ਹੁੰਦੀ ਹੈ, ਤੁਹਾਨੂੰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੀ ਇਜਾਜ਼ਤ ਦੇਵੇਗਾ? ਰਾਜੇਵਾਲ ਦੀ ਧਮਕੀ ਨੂੰ ਵੀ ਕਿਵੇਂ ਦੇਖਦੇ ਹੋ? ਦੇਖੋ, ਵੱਡੇ ਲੀਡਰ ਆ ਉਹ, ਉਹਨਾਂ ਨੂੰ ਧਮਕੀ ਦਿੱਤੀ, ਉਹ ਜਿਹੜਾ ਲਾਅ ਐਂਡ ਆਰਡਰ ਕਾਇਮ ਰੱਖਣਾ ਇਹ ਪੁਲਿਸ ਦਾ ਕੰਮ ਆ। ਉਹਦੇ ਵਿੱਚ ਉਹਨਾਂ ਨੇ ਜੇ ਸਿਕਿਉਰਿਟੀ ਦਿੱਤੀ ਆ ਤਾਂ ਚਲੋ ਬਹੁਤ ਵਧੀਆ ਗੱਲ ਆ। ਜੇ ਇੱਥੇ ਹੋਊਗੀ, ਉਹ ਪੁਲਿਸ ਪ੍ਰਸ਼ਾਸਨ ਆ ਵੀ ਉਹਨੂੰ ਕੰਟਰੋਲ ਕਿੱਦਾਂ ਕਰਨਾ ਆ, ਉਹਦੇ ਵਿੱਚ ਸਾਡਾ ਕੋਈ ਮਤਲਬ ਨਹੀਂ ਬਣਦਾ ਹੈਗਾ। ਤੇ ਲਾਈਨ ਆਰਡਰ ਪੰਜਾਬ ਨੂੰ, ਡੀਜੀਪੀ ਸਾਹਿਬ ਨੂੰ, ਉਹਨਾਂ ਨੂੰ ਜ਼ਿਆਦਾ ਵਧੀਆ ਬੈਟਰ ਆ ਪਤਾ ਕਰਨ ਦਾ, ਉਹ ਕਰਨਗੇ। ਜੇ ਉਹਨਾਂ ਨੂੰ ਧਮਕੀ ਦਿੱਤੀ ਆ, ਕਿਹੜੇ ਬੰਦੇ ਨੇ ਧਮਕੀ ਦਿੱਤੀ ਆ, ਉਹਦੀ ਪੂਰਨ ਤੌਰ ਤੇ ਅਰੈਸਟ ਪੈਣੀ ਚਾਹੀਦੀ ਉਸ ਸਮੇਂ। ਕਿ ਜੀ ਆਖਰੀ ਸਵਾਲ ਲਊਂਗਾ ਮੈਂ। ਜਗਰਾਉਂ ਦੇ ਵਿੱਚ ਮਹਾਂ ਪੰਚਾਇਤ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਹਨਾਂ ਸਿਆਸੀ ਪਾਰਟੀਆਂ ਦੀ ਜਦੋਂ ਰੈਲੀਆਂ ਹੁੰਦੀਆਂ ਉਦੋਂ ਵੀ ਇੰਨਾ ਇਕੱਠ ਨਹੀਂਗਾ ਦੇਖਣ ਨੂੰ ਮਿਲਦਾ ਜਿੰਨਾ ਜਗਰਾਉਂ ਦੇ ਵਿੱਚ ਹੋ ਚੁੱਕਾ ਸੀਗਾ। ਅੱਗੋਂ 2022 ਦੀ ਇਲੈਕਸ਼ਨ ਵੀ ਆ ਰਹੀ ਹੈ, ਕਿਸਾਨ ਨਵੀਂ ਪਾਰਟੀ ਬਣਾਉਣ ਦੇ ਹੱਕ ਦੇ ਵਿੱਚ ਹੈਗੇ ਨੇ ਕੋਈ? ਦੇਖੋ, ਪਹਿਲੀ ਤਾਂ ਗੱਲ ਜਿਹੜਾ ਉਹ ਇਕੱਠ ਸੀਗਾ ਜਿਹਦੀ ਤੁਸੀਂ ਜ਼ਿਕਰ ਕੀਤਾ, ਅੱਜ ਜਿਹੜਾ ਇਹ ਅੰਦੋਲਨ ਆ, ਇਹ ਨਾ ਕੋਈ ਧਰਮਾਂ ਦਾ ਅੰਦੋਲਨ ਰਹਿ ਗਿਆ, ਨਾ ਕਿਸੇ ਵਰਗ ਦਾ ਰਹਿ ਗਿਆ। ਅੱਜ ਸਾਰਾ ਦੇਸ਼ ਇਹਦੇ ਲਈ ਇੱਕ ਮੁੱਠ ਹੋ ਕੇ ਖੜਾ ਆ। ਬਾਕੀ ਜਿਹੜੀ ਆ ਇਹ ਪੋਲੀਟੀਕਲ ਪਾਰਟੀਆਂ ਨੂੰ ਡਰ ਪੈ ਗਿਆ ਇਹਦੇ ਵਿੱਚ ਵੀ। ਇਹ ਕਿਸਾਨ ਕੋਈ ਆਪਣੀ ਪਾਰਟੀਆਂ ਨਾ ਬਣਾ ਲੈਣ ਜਾਂ ਕੁਛ ਨਾ ਕਰ ਲੈਣ, ਉਹਨਾਂ ਨੂੰ ਆਪਣਾ ਗਰਾਊਂਡ ਜਾਂਦੀ ਦਿਸਦੀ ਆ। ਪਰ ਜਿਹੜੀਆਂ ਸਾਡਾ ਸੰਯੁਕਤ ਮੋਰਚਾ, ਉਹਦੀ ਕੋਈ ਵੀ ਇਦਾਂ ਦੀ ਮਨਸ਼ਾ ਨਹੀਂ ਗੀ। ਉਹ ਸਾਡਾ ਮਤਲਬ ਸਿਰਫ ਆਪਣੀ ਕਿਸਾਨੀ ਦੇ ਨਾਲ ਆ, ਦੇਸ਼ ਨੂੰ ਬਚਾਉਣਾ ਆ, ਦੇਸ਼ ਦੇ ਲੋਕਾਂ ਨੂੰ ਬਚਾਉਣਾ ਆ। ਅੱਜ ਲੋਕ ਜਾਗਰੂਕ ਹੋ ਰਹੇ ਆ, ਜੋ ਪੋਲੀਟੀਕਲ ਪਾਰਟੀਆਂ ਨੂੰ ਡਰ ਪੈ ਗਿਆ। ਬਾਈ ਜੀ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਸੀਗਾ ਕਿ ਭਾਜਪਾ ਦਾ ਇੱਥੋਂ ਪੰਜਾਬ ਤੋਂ ਪਤਨ ਹੋਵੇਗਾ। ਇਹ ਕਿਸਾਨ ਅੰਦੋਲਨ ਦੇ ਨਾਲ ਕੱਲੀ ਭਾਜਪਾ ਨੂੰ ਸੱਟ ਵੱਜੇਗੀ ਕਿ ਜਾਂ ਬਾਕੀ ਪਾਰਟੀਆਂ ਤੇ ਵੀ ਅਸਰ ਕੋਈ ਪਵੇਗਾ 2022 'ਚ? ਦੇਖੋ ਜੀ, ਸਾਰੀਆਂ ਜਿੰਨੇ ਵੀ ਸੰਯੁਕਤ ਮੋਰਚਾ ਜਾਂ ਸਾਰੀਆਂ ਜਥੇਬੰਦੀਆਂ ਭਾਜਪਾ ਦੀ ਹਮੇਸ਼ਾ ਹੀ ਗੱਲ ਕਰਦੀਆਂ। ਜੋ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ ਜਾਂ ਕੋਈ ਵੀ ਹੁਕਮ ਲੱਗਦਾ, ਅਸੀਂ ਉੱਤੇ ਫੁੱਲ ਚੜਾਉਂਦੇ ਆ। ਪਰ ਮੇਰੀ ਆਪਣੀ ਪਰਸਨਲ ਰਾਏ ਹੈ, ਸਾਡਾ ਕੱਲੀ ਭਾਜਪਾ ਨਾਲ ਵੀ ਟੱਕਰਾ ਨਹੀਂ ਹੈ, ਇਹ ਟੱਕਰਾ ਜਿਹੜਾ ਸੈਂਟਰ ਸਰਕਾਰ ਨਾਲ ਹੈ। ਜੇ ਕੈਪਟਨ ਅਮਰਿੰਦਰ ਸਿੰਘ ਜੀ ਕੁਝ ਭਾਜਪਾ ਬਾਰੇ ਕਹਿ ਰਹੇ ਨੇ, ਉਹ ਉਹਨਾਂ ਦੀ ਰਾਏ ਨੇ। ਅਸੀਂ ਤਾਂ ਜੇ ਸੰਯੁਕਤ ਮੋਰਚੇ ਨਾਲ ਜੁੜੇ ਆ ਤਾਂ ਇਸ ਟਾਈਮ ਕੋਈ ਪੋਲੀਟੀਕਲ ਗੱਲ ਨਹੀਂ ਕਰਾਂਗੇ। ਪਰ ਇਸ ਟਾਈਮ ਭਾਜਪਾ ਕੇਂਦਰ ਸਰਕਾਰ ਹੈ, ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਉਹਨਾਂ ਨੇ ਕਾਨੂੰਨ ਲਿਆਂਦੇ ਆ ਤੇ ਇਸ ਲਈ ਉਹਨਾਂ ਦੀ ਵਿਰੋਧਤਾ ਹੋ ਰਹੀ ਹੈ। ਜੇ ਸ਼ਾਇਦ ਕੋਈ ਇਸ ਵਕਤ ਹੋਰ ਸਰਕਾਰ ਹੁੰਦੀ, ਉਹ ਕਾਨੂੰਨ ਲਿਆਉਂਦੇ ਤਾਂ ਉਹਦੀ ਵੀ ਵਿਰੋਧਤਾ ਪੂਰੀ ਹੁੰਦੀ। ਬਿਲਕੁਲ, ਦੁਆਬੇ ਦੇ ਵਿੱਚ ਜਿਹੜੀ ਆ ਮਹਾਂ ਪੰਚਾਇਤ ਕਰਵਾਉਣ ਦੀ ਜਿਹੜੀ ਮੰਗ ਉੱਠੀ ਹੈ, ਹੁਣ ਦੇਖਣਾ ਹੋਵੇਗਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਾਂ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਆਗਿਆ ਦਿੱਤੀ ਜਾਂਦੀ ਹੈ ਜਾਂ ਨਹੀਂ। ਕਿਉਂਕਿ ਜਗਰਾਉਂ ਦੇ ਵਿੱਚ ਮਹਾਂ ਪੰਚਾਇਤ ਇੱਕ ਵੱਡੀ ਹੋਈ ਸੀ, ਜਿਸ ਤੋਂ ਬਾਅਦ ਕੁਝ ਆਗੂਆਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਅਵੇਅਰ ਹੈਗੇ ਨੇ, ਪੰਜਾਬ ਦੇ ਵਿੱਚ ਮਹਾਂ ਪੰਚਾਇਤ ਕਰਵਾਉਣ ਦੀ ਲੋੜ ਨਹੀਂ ਹੈਗੀ। ਪਰ ਦੁਆਬੇ 'ਚ ਮੰਗ ਜ਼ਰੂਰ ਉੱਠੀ ਹੈ। ਹੁਣ ਦੇਖਣਾ ਹੋਵੇਗਾ ਕਿ ਦੁਆਬੇ ਦੇ ਵਿੱਚ ਮਹਾਂ ਪੰਚਾਇਤ ਹੁੰਦੀ ਹੈ, ਤੇ ਜੇਕਰ ਹੁੰਦੀ ਹੈ ਤਾਂ ਕਿੰਨਾ ਇਕੱਠ ਇੱਥੇ ਹੋਵੇਗਾ ਤੇ ਕਦੋਂ ਦੁਆਬੇ ਦੇ ਵਿੱਚ ਮਹਾਂ ਪੰਚਾਇਤ ਹੋਵੇਗੀ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।